एक सेकंड, ये क्यों नहीं हिल रही? मुझे ये किताब दे। बिस्मिल्लाहिर्रहमानिर्रहीम। अस्सलाम वालेकुम। हार्वर्ड एकेडमी की तरफ से आपको खुश आमदीद कहते हैं। ਅਸੀਂ पढ़ रहे थे पंजाबी और पंजाबी ਇਸ ਦੀ ਐਪਲੀਕੇਸ਼ਨ ਹੋਏਗੀ CSS और PMS ਦੋਨਾਂ ਲਈ। ਪਿਛਲਾ ਅਸੀਂ ਜਿਹੜਾ ਟੌਪਿਕ ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम ਹਾਰਵਰਡ ਅਕੈਡਮੀ ਦੀ ਤਰਫੋਂ ਤੁਹਾਨੂੰ ਖੁਸ਼ ਆਮਦੀਦ ਕਹਿੰਦੇ ਹਾਂ। ਅਸੀਂ ਪੰਜਾਬੀ ਦਾ ਸਬਜੈਕਟ ਪੜ੍ਹ ਰਹੇ ਸੀ ਜਿਸ ਦੀ ਐਪਲੀਕੇਸ਼ਨ ਜਾਂ ਸਿਲੇਬਸ ਜਿਹੜਾ ਹੈ CSS ਔਰ PMS ਲਈ ਹੈ। ਅਤੇ ਪਹਿਲਾ ਸਾਡਾ ਸਬਕ ਸੀ ਲੋਕ ਗੀਤਾਂ ਦੇ ਬਾਰੇ। ਅਸੀਂ ਉਸ ਦੇ ਬਾਰੇ ਡਿਟੇਲ ਨਾਲ ਗੱਲ ਕੀਤੀ, ਲੋਕ ਗੀਤਾਂ ਦੇ ਬਾਰੇ ਕਿ ਇਹਨਾਂ ਦਾ ਇਸ ਦਾ ਸਾਰਾ ਪਿਛੋਕੜ ਕੀ ਹੈ, ਤਾਰੀਫਾਂ ਫਿਰ ਕੀਤੀਆਂ ਅਸੀਂ। ਫਿਰ ਉਸ ਤੋਂ ਬਾਅਦ ਪੰਜਾਬੀ ਲੋਕ ਗੀਤਾਂ ਦਾ ਸਫ਼ਰ ਕਿਸ ਤਰੀਕੇ ਨਾਲ ਇਹ ਇੱਕ ਰਿਵਾਜ ਦੂਸਰੀ ਰਿਵਾਜ ਦੇ ਨਾਲ ਮੁਨਸਲਿਕ ਕਿਸ ਤਰ੍ਹਾਂ ਹੁੰਦਾ ਹੈ, ਔਰ ਅਸੀਂ ਕਰੰਟ ਸਟੇਜ 'ਤੇ ਕਿਸ ਤਰ੍ਹਾਂ ਲੋਕ ਗੀਤਾਂ ਦੇ ਵਿੱਚੋਂ ਆਪਣੀ ਤਾਰੀਖ ਦੇਖ ਸਕਦੇ ਹਾਂ ਕਿਸੇ ਵੀ ਇਲਾਕੇ ਦੀ। ਇਸ ਤੋਂ ਬਾਅਦ ਅਸੀਂ ਗੱਲ ਕੀਤੀ ਲੋਕ ਅਦਬ ਔਰ ਇਹਨਾਂ ਦੇ ਗੀਤਾਂ ਦਾ ਕਾਢ। ਫਿਰ ਗੱਲ ਕੀਤੀ ਅਸੀਂ ਲੋਕ ਗੀਤਾਂ ਦੇ ਲਿਖਾਰੀਆਂ ਦੇ ਬਾਰੇ ਕਿ ਕਿਹਨਾਂ ਨੇ ਇਹਦੇ ਬਾਰੇ ਲਿਖਿਆ, ਔਰ ਲੋਕ ਗੀਤਾਂ ਦਾ ਮੁਹਾਂਦਰਾ ਇਹਨਾਂ ਦੇ ਵਿੱਚ ਕੀ ਚੀਜ਼ ਸਾਨੂੰ ਮਿਲਦੀ ਹੈ, ਲੋਕ ਗੀਤਾਂ ਦੀ ਜ਼ੁਬਾਨ ਕਿਸ ਤਰ੍ਹਾਂ ਇਸਤੇਮਾਲ ਕੀਤੀ ਜਾਂਦੀ ਹੈ, ਔਰ ਉਹਨਾਂ ਦੇ ਵਿੱਚ ਕਿਹਨਾਂ ਚੀਜ਼ਾਂ ਦਾ ਇਸਤੇਮਾਲ ਸਾਨੂੰ ਮਿਲਦਾ ਹੈ ਜਿਸ ਤੋਂ ਅਸੀਂ ਤਾਰੀਖ ਨੂੰ ਪੜ੍ਹ ਸਕਦੇ ਹਾਂ, ਸਮਝ ਸਕਦੇ ਹਾਂ। ਉਸ ਤੋਂ ਬਾਅਦ ਅਸੀਂ ਆਪਣੇ ਲੋਕ ਗੀਤਾਂ ਦੇ ਬਾਰੇ ਡਿਟੇਲ ਨਾਲ ਮੁਖਤਲਿਫ ਜਿਹੜੇ ਲਿਖਾਰੀ ਨੇ ਉਹਨਾਂ ਦੀ ਵੀ ਸਿਫਤਾਂ ਦੇ ਬਾਰੇ ਪੜ੍ਹਿਆ। ਫਿਰ ਇਸ ਤੋਂ ਬਾਅਦ ਲੋਕ ਗੀਤਾਂ ਦੀ ਪੰਜਾਬ ਦੇ ਲਿਹਾਜ਼ ਨਾਲ, ਕਿਉਂਕਿ ਪੰਜਾਬ ਦੀ ਜ਼ੁਬਾਨ ਹੈ ਅਤੇ ਪੰਜਾਬ ਦੇ ਵਿੱਚ ਹੀ ਲੋਕ ਗੀਤਾਂ ਦੇ ਇਸਤੇਮਾਲ ਹੁੰਦਾ ਹੈ ਅਤੇ ਇਸ ਦੇ ਵਿੱਚ ਕਿਤਨੀ ਇਹਨਾਂ ਦੀ ਤਾਦਾਦ ਹੈ ਉਹਦੇ ਬਾਰੇ ਵੀ ਅਸੀਂ ਗੱਲ ਕੀਤੀ। ਫਿਰ ਅਸੀਂ ਇਹਨਾਂ ਦੇ ਕੁਝ ਨਮੂਨੇ ਪੜ੍ਹੇ ਜਿਨ੍ਹਾਂ ਦੇ ਵਿੱਚ ਲੋਰੀ, ਮਾਈਆ, ਬੋਲੀ, ਡੋਲਾ, ਜੁਗਨੀ, ਕਿਕਲੀ, ਥਾਲ। ਫਿਰ ਅਸੀਂ ਉਸ ਨੂੰ ਸਮਰਾਈਜ਼ ਕੀਤਾ ਇਸ ਪੂਰੇ ਲੈਕਚਰ ਨੂੰ। ਅਤੇ ਅੱਜ ਦਾ ਜਿਹੜਾ ਸਾਡਾ ਲੈਕਚਰ ਹੈ ਇਸ ਦੇ ਵਿੱਚ ਮੈਂ ਤੁਹਾਨੂੰ ਪੇਪਰ ਦੇ ਬਾਰੇ ਵੀ ਤਾਰਫ ਕਰਾਉਣਾ ਹੈ ਕਿ ਪੇਪਰ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਇਸ ਨੂੰ ਲੈ ਕੇ ਚੱਲਣਾ ਹੈ। ਇੱਕ ਤਾਂ ਸਿੰਪਲ ਤੁਸੀਂ ਇਸ ਨੂੰ ਲੈ ਕੇ ਚੱਲਣਾ ਹੈ ਕਿ ਪੰਜਾਬ ਦੇ ਵਿੱਚ ਮੁਖਤਲਿਫ ਸਰਾਇਕੀ ਜ਼ੁਬਾਨ ਵੀ ਹੈ। ਮੀਆਂ ਵਾਲੀ ਤੁਸੀਂ ਚਲੇ ਜਾਓ, ਉੱਥੇ ਦੀ ਜ਼ੁਬਾਨ ਥੋੜ੍ਹੀ ਹੋਰ ਹੋ ਜਾਏਗੀ। ਜਿਤਨਾ ਫਾਸਲਾ ਥੋੜ੍ਹਾ ਚੇਂਜ ਹੁੰਦਾ ਹੈ 10 ਕਿਲੋਮੀਟਰ, 15-20 ਕਿਲੋਮੀਟਰ, ਉਸ ਤੋਂ ਬਾਅਦ ਜ਼ੁਬਾਨ ਦੇ ਵਿੱਚ ਕੁਝ ਨਵੇਂ ਲਫ਼ਜ਼ ਆ ਜਾਂਦੇ ਨੇ ਉਸ ਇਲਾਕੇ ਦੇ ਪਾਰੋਂ। ਅਤੇ ਤੁਸੀਂ ਬਿਲਕੁਲ ਵੀ ਪਰੇਸ਼ਾਨ ਨਹੀਂ ਹੋਣਾ ਕਿ ਇਹ ਲਫ਼ਜ਼ ਪੰਜਾਬੀ ਦਾ ਹੈ ਜਾਂ ਨਹੀਂ ਹੈ। ਕਿਸੇ ਵੀ ਇਲਾਕੇ ਦੇ ਬੰਦੇ ਨਾਲ ਤੁਸੀਂ ਗੱਲ ਕਰੋਗੇ ਅਤੇ ਉੱਥੇ ਦੀ ਜਿਹੜੀ ਪੰਜਾਬੀ ਬੋਲੀ ਜਾਂਦੀ ਹੈ ਤੁਸੀਂ ਉਸ ਨੂੰ ਪੰਜਾਬੀ ਹੀ ਕਹਿਣਾ ਹੈ। ਪੰਜਾਬੀ ਉਹ ਲਿਖੀ ਵੀ ਜਾਏਗੀ, ਸਮਝੀ ਵੀ ਜਾਏਗੀ। ਅਤੇ ਪੰਜਾਬੀ ਇਹ ਨਹੀਂ ਤੁਸੀਂ ਕਹੋਗੇ ਕਿ ਇਹ ਲਫ਼ਜ਼ ਪੰਜਾਬੀ ਦਾ ਫਲਾਂ ਜਗ੍ਹਾ ਦਾ ਹੈ। ਜਿਸ ਟਾਈਮ ਪੰਜਾਬ ਦੀ ਇਲਾਕਿਆਂ ਦੀ ਜ਼ੁਬਾਨ ਹੈ ਅਤੇ ਪੰਜਾਬ ਦੀ ਜ਼ੁਬਾਨ ਹੈ, ਤੁਸੀਂ ਇੱਕ ਤਾਂ ਚੀਜ਼ ਇਸ ਨੂੰ ਫੋਕਸ ਰੱਖਣਾ ਹੈ, ਕੰਸਨਟਰੇਟ ਕਰਨਾ ਹੈ। ਅਤੇ ਬਾਅਦ ਕਾ ਤੁਹਾਡੀ ਜਿਹੜੀ ਤਕਰੀਬਨ ਜਿਸ ਟਾਈਮ ਤੁਸੀਂ ਪੰਜਾਬੀ ਲਿਖ ਰਹੇ ਹੁੰਦੇ ਹੋ ਤੁਹਾਡਾ ਤਕਰੀਬਨ 50 to 70% ਤੱਕ ਉਹਦੇ ਵਿੱਚ ਉਰਦੂ ਦਾ ਇਸਤੇਮਾਲ ਹੋ ਜਾਂਦਾ ਹੈ। ਬਾਕੀ ਕੁਝ ਅਲਫਾਜ਼ ਹੁੰਦੇ ਨੇ ਜਿਨ੍ਹਾਂ ਦਾ ਤੁਸੀਂ ਪੰਜਾਬੀ ਦੇ ਵਿੱਚ ਇਸਤੇਮਾਲ ਕਰਨਾ ਹੁੰਦਾ ਹੈ, ਜਿੱਥੇ ਮਤਲਬ ਤੁਸੀਂ ਉਰਦੂ ਦੇ ਜ਼ੁਬਾਨ ਦੇ ਲਫ਼ਜ਼ ਦੀ ਜਗ੍ਹਾ 'ਤੇ ਰਿਪਲੇਸ ਕਰਨਾ ਹੁੰਦਾ। ਉਹਦੇ ਵਾਸਤੇ ਤੁਹਾਨੂੰ ਪ੍ਰੈਕਟਿਸ ਹੋਣੀ ਚਾਹੀਦੀ। ਪਹਿਲੇ ਨੰਬਰ ਤੋਂ ਕਨਫਿਊਜ਼ ਇਹ ਅਕਸਰ ਸਟੂਡੈਂਟ ਹੋ ਜਾਂਦੇ ਨੇ ਪੇਪਰ ਦੇ ਦੌਰਾਨ ਕਿ ਜਿਹੜੀ ਮੈਂ ਲਿਖ ਰਿਹਾ ਪੰਜਾਬੀ ਇਹ ਵਾਕਈ ਪੰਜਾਬੀ ਹੈ ਵੀ ਕਿ ਨਹੀਂ। ਅਸੀਂ ਕੋਈ ਡਿਕਸ਼ਨਰੀ ਨਹੀਂ ਵੇਖ ਰਹੇ ਪੰਜਾਬੀ ਦੀ ਕਿ ਜਿਹੜੀ ਸੇਮ ਡਿਕਸ਼ਨਰੀ ਦੇ ਵਿੱਚ ਜ਼ੁਬਾਨ ਲਿਖੀ ਹੋਏਗੀ ਤੁਸੀਂ ਉਹੀ ਲਿਖਣੀ ਹੈ। ਤੁਸੀਂ ਆਪਣੇ ਅਲਫਾਜ਼ ਲਿਖ ਸਕਦੇ ਹੋ। ਦੂਸਰੇ ਨੰਬਰ 'ਤੇ ਜਿਸ ਟਾਈਮ ਤੁਸੀਂ ਜ਼ੁਬਾਨ ਦੇ ਇੱਕ ਜਿਹੜੀ ਤੁਹਾਨੂੰ ਜ਼ਿਹਨ ਦੇ ਵਿੱਚ ਇੱਕ ਕਨਫਿਊਜ਼ਨ ਰਹਿੰਦੀ ਹੈ, ਪ੍ਰੋਬਲਮ ਰਹਿੰਦਾ ਹੈ, ਇਹਦੇ ਵਿੱਚ ਜਿਸ ਟਾਈਮ ਤੁਸੀਂ ਬਾਹਰ ਆਉਂਦੇ ਹੋ ਫਿਰ ਅਗਲਾ ਜਿਹੜਾ ਪ੍ਰੋਬਲਮ ਆਉਂਦਾ ਉਹ ਹੁੰਦਾ ਹੈ ਉਸ ਪੰਜਾਬੀ ਨੂੰ ਲਿਖਣ ਦਾ ਮਸਲਾ। ਪੰਜਾਬੀ ਨੂੰ ਬਾਅਦ ਕਾਤ ਉਰਦੂ ਵਿੱਚ ਲਿਖ ਦਿੰਦੇ ਨੇ ਜਾਂ ਉਰਦੂ ਦੇ ਅਲਫਾਜ਼ ਨੂੰ ਪੰਜਾਬੀ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕਰਦੇ ਨੇ ਅਤੇ ਉਹ ਤੋਂ ਆ ਕੇ ਜਾ ਕੇ ਜਿਸ ਟਾਈਮ ਐਗਜ਼ਾਮੀਨਰ ਪੇਪਰ ਨੂੰ ਦੇਖਦਾ ਹੈ ਅਤੇ ਉਸ ਨੂੰ ਸਮਝ ਆ ਜਾਂਦੀ ਹੈ ਕਿ ਬੰਦੇ ਨੂੰ ਪੰਜਾਬੀ ਸਹੀ ਸਮਝ ਵੀ ਨਹੀਂ ਹੈ। ਉੱਥੇ ਆ ਕੇ ਤੁਹਾਡੇ ਜਿਹੜੇ ਨੇ ਨੰਬਰ ਕੱਟਦੇ ਵੀ ਨੇ ਅਤੇ ਨੰਬਰ ਤੁਹਾਡੇ ਮਾਰਕਸ ਜਿਹੜੇ ਨੇ ਉਸ ਦੇ ਵਿੱਚ ਥੱਲੇ ਜਾਣ ਦਾ ਪ੍ਰੋਬਲਮ ਵੀ ਹੁੰਦਾ। ਫਿਰ ਤੁਸੀਂ ਜਿਸ ਟਾਈਮ ਵੀ ਇੱਕ ਟੌਪਿਕ ਦੇ ਉੱਤੇ ਗੱਲ ਕਰਦੇ ਹੋ ਟੌਪਿਕ ਦੇ ਉੱਤੇ ਤੁਹਾਨੂੰ ਫੁੱਲ ਗ੍ਰਿਪ ਹੋਣੀ ਚਾਹੀਦੀ ਹੈ। ਮਤਲਬ ਜਿਹੜਾ ਵੀ ਟੌਪਿਕ ਤੁਸੀਂ ਲੈਂਦੇ ਹੋ ਉਸ ਟੌਪਿਕ ਨੂੰ ਤੁਹਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਸਾਡੇ ਮੁਆਸ਼ਰੇ ਦੇ ਵਿੱਚ ਉਸ ਟੌਪਿਕ ਤੋਂ ਕੀ ਮੁਰਾਦ ਲਿਆ ਜਾਂਦਾ ਹੈ, ਉਸ ਦੀ ਕੀ ਐਪਲੀਕੇਸ਼ਨ ਹੈ। ਜਿਸ ਟਾਈਮ ਤੁਹਾਡੇ ਜ਼ਿਹਨ ਦੇ ਵਿੱਚ ਚੀਜ਼ਾਂ ਕਲੀਅਰ ਹੁੰਦੀਆਂ ਨੇ ਇੱਕ ਟੌਪਿਕ ਦੇ ਮੁਤਾਲਿਕ ਅਤੇ ਤੁਹਾਨੂੰ ਕੋਈ ਬਿਲਕੁਲ ਤੁਸੀਂ ਸਮਝੋ ਕਿ ਪੰਜਾਬੀ ਨੂੰ ਤੁਸੀਂ ਸੀਰੀਅਸ ਲੈਣਾ ਹੀ ਨਹੀਂ ਹੈ ਪੇਪਰ ਦੇ ਲਿਹਾਜ਼ ਨਾਲ। ਜਿਹੜਾ ਇੱਕ ਖਾਸ ਏਰੀਆ ਹੈ ਜਿਸ ਦੇ ਬਾਰੇ ਤੁਸੀਂ ਜ਼ਿਆਦਾ ਨੰਬਰ ਵੀ ਲੈ ਸਕਦੇ ਹੋ ਅਤੇ ਜਿਸ ਦੇ ਉੱਤੇ ਤੁਹਾਨੂੰ ਫੋਕਸ ਵੀ ਰੱਖਣਾ ਪੈ ਸਕੇਗਾ, ਉਹ ਹੈ ਕਿ ਜਿਹੜੀ ਵੀ ਸਨਫਾਂ ਹਨ ਜਿਸ ਤਰ੍ਹਾਂ ਅਸੀਂ ਪਿੱਛੇ ਨਾਂ ਲਿਆ ਜਿਹਦੇ ਵਿੱਚ ਹਨ ਲੋਰੀ, ਮਾਈਆ, ਬੋਲੀ, ਡੋਲਾ, ਟੱਪੇ ਜਾਂ ਜੁਗਨੀ। ਇਹਨਾਂ ਦੇ ਤੁਸੀਂ ਇੱਕ ਇੱਕ ਟੌਪਿਕ ਲਿਖੋ ਔਰ ਉਹਨਾਂ ਦੇ ਥੱਲੇ ਜਿਹੜੇ ਤੁਸੀਂ ਯਾਦ ਕਰ ਸਕਦੇ ਹੋ ਜਾਂ ਤੁਹਾਡੇ ਦਿਲ ਨੂੰ ਭਾਉਂਦੇ ਨੇ ਕਿ ਇਹ ਅੱਛੇ ਤੁਹਾਨੂੰ ਯਾਦ ਹੋ ਸਕਦੇ ਨੇ। ਕਈ ਐਸੇ ਹੁੰਦੇ ਨੇ ਥੋੜ੍ਹੇ ਮੁਸ਼ਕਿਲ ਹੁੰਦੇ ਨੇ, ਯਾਦ ਨਹੀਂ ਆਉਂਦੇ। ਕਈ ਐਸੇ ਹੁੰਦੇ ਨੇ ਜਿਹੜੇ ਅਸੀਂ ਬਚਪਨ 'ਚੋਂ ਮਾਂ ਪਿਓ ਕੋਲੋਂ ਅਤੇ ਆਪਣੇ ਬਜ਼ੁਰਗਾਂ ਕੋਲੋਂ ਸੁਣੇ ਹੁੰਦੇ ਨੇ।
ਜਿਸ ਟਾਈਮ ਅਸੀਂ 2 ਵਾਰੀ 3 ਵਾਰੀ ਉਹਨਾਂ ਨੂੰ ਦੁਹਰਾਉਂਦੇ ਹਾਂ ਤਾਂ ਸਾਨੂੰ ਯਾਦ ਹੋ ਜਾਂਦੇ ਨੇ। ਇਸ ਤਰ੍ਹਾਂ ਦੇ ਜਿਹੜੇ ਤੁਸੀਂ ਹਰ ਟੌਪਿਕ ਦੇ ਨਾਲ ਨਾਲ ਲਿਖ ਲਓ। ਜਿਸ ਟਾਈਮ ਤੁਸੀਂ ਕੋਈ ਵੀ ਸਵਾਲ ਜਿਸ ਟਾਈਮ ਅਟੈਂਪਟ ਕਰ ਰਹੇ ਹੋਣਾ ਪੇਪਰ ਵਿੱਚ, ਤੁਸੀਂ ਉਸ ਦਾ ਹਵਾਲਾ ਦੇਣਾ, ਯਾਨੀ ਕਿ ਤੁਸੀਂ ਪੰਜਾਬੀ ਪੋਇਟਰੀ ਦਾ ਜਿਤਨਾ ਆਪਣੇ ਪੇਪਰ ਦੇ ਵਿੱਚ ਅੱਛਾ ਇਸਤੇਮਾਲ ਕਰੋਗੇ ਉਤਨੇ ਹੀ ਤੁਹਾਡੇ ਨੰਬਰ ਡਬਲ ਹੋ ਜਾਣਗੇ। ਯਾਨੀ ਕਿ ਅਗਰ ਤੁਸੀਂ ਬਿਲਕੁਲ ਇਸਤੇਮਾਲ ਨਹੀਂ ਕਰਦੇ ਤਾਂ ਤੁਹਾਡੇ 20 ਨੰਬਰਾਂ ਦੇ ਵਿੱਚੋਂ ਇਹ ਸਵਾਲ ਦੇ ਤਕਰੀਬਨ ਆ ਜਾਣਗੇ 10, 11, 12। ਅਗਰ ਤੁਸੀਂ ਉਸਦੇ ਵਿੱਚ ਪੋਇਟਰੀ ਦਾ ਇਸਤੇਮਾਲ ਕਰਦੇ ਹੋ, ਸ਼ਾਇਰੀ ਦਾ ਇਸਤੇਮਾਲ ਕਰਦੇ ਹੋ, ਜਿਹੜੀ ਪੰਜਾਬੀ ਜ਼ੁਬਾਨ ਦੀ ਹੈ ਉਸ ਦੇ ਰੈਲੀਵੈਂਟ ਜਿਤਨਾ ਲਿੰਕ ਕਰਦੇ ਹੋ, ਫਿਰ ਤੁਹਾਡਾ ਕੀ ਹੋ ਸੀਗਾ ਕਿ 18 ਤੋਂ 19 ਨੰਬਰ ਤੱਕ ਵੀ ਤੁਹਾਨੂੰ ਦੇ ਦੇਗਾ। ਕਿਉਂਕਿ ਰੈਲੇਟਿਵਲੀ ਹੁੰਦਾ ਹੈ ਕਿ ਜਿਹੜੇ ਪੰਜਾਬੀ ਜਿਨ੍ਹਾਂ ਦਾ ਬੈਕਗਰਾਊਂਡ ਨਹੀਂ ਹੁੰਦਾ ਲੇਕਿਨ CSS ਤੱਕ ਗਏ ਹੁੰਦੇ ਨੇ, ਉਹ ਪੇਪਰ ਅਟੈਂਪਟ ਕਰ ਰਹੇ ਹੁੰਦੇ ਨੇ, ਲੇਕਿਨ ਜਿਸ ਟਾਈਮ ਥੋੜ੍ਹਾ ਜਿਹਾ ਉਹਨਾਂ ਦੀ ਹਾਲਤ ਇਤਨੀ ਅੱਛੀ ਨਹੀਂ ਹੁੰਦੀ, ਲੇਕਿਨ ਜਿਸ ਟਾਈਮ ਕਿਸੇ ਬੰਦੇ ਨੇ ਪੰਜਾਬੀ ਸਬਜੈਕਟ 'ਤੇ ਥੋੜ੍ਹੀ ਮਿਹਨਤ ਕੀਤੀ ਹੋ ਸੀ ਲੱਗੀ, ਉਹਦਾ ਪੇਪਰ ਜੋ ਹੀ ਆਏਗਾ ਤਾਂ ਐਗਜ਼ਾਮੀਨਰ ਅੱਛੇ ਆਟੋਮੈਟਿਕਲੀ ਨੰਬਰ ਦੇਗਾ। ਅੱਛਾ, ਅੱਜ ਅਸੀਂ ਗੱਲ ਕਰਨੀ ਹੈ ਲੋਰੀ ਤੇ ਲੋਰੀ ਨੂੰ ਅਗਰ ਅਸੀਂ ਸਮਝਿਆ ਜਾਈਏ ਤੇ ਇੱਕ ਬੱਚਾ ਪੈਦਾ ਹੁੰਦਾ ਹੈ ਤੇ ਉਹਦੀ ਮਾਂ ਜਿਹੜੀ ਹੈ ਉਹ ਉਸ ਨੂੰ ਲੋਰੀ ਦਿੰਦੀ ਹੈ। ਉਹਦੀ ਜਿਹੜੀ ਖਾਲਾ ਹੈ, ਉਹਦੀ ਭੈਣ ਹੈ, ਉਹਦਾ ਭਾਈ ਹੈ, ਕੋਈ ਵੀ ਹੈ, ਉਹ ਲੋਰੀ ਦੇਣ ਦੀ ਕੋਸ਼ਿਸ਼ ਕਰਦਾ। ਮਤਲਬ ਜ਼ਿਆਦਾਤਰ ਔਰਤਾਂ ਹੀ ਲੋਰੀ ਦਿੰਦੀਆਂ ਨੇ, ਉਹ ਥੋੜ੍ਹਾ ਗਾਉਂਦੀਆਂ ਨੇ। ਔਰ ਇੱਕ ਲੋਰੀ ਇੱਕ ਐਸਾ ਲੋਕ ਗੀਤ ਹੈ ਜਿਹੜੇ ਸਾਡੇ ਲੋਕਾਂ ਦੇ ਵਿੱਚ ਮਸ਼ਹੂਰ ਵੀ ਹੈ, ਪਾਇਆ ਵੀ ਜਾਂਦਾ ਹੈ, ਕਿ ਜਿਸ ਨੂੰ ਕਦੀ ਬੁਰਾ ਸਮਝਿਆ ਹੀ ਨਹੀਂ ਗਿਆ। ਅਸੀਂ ਵੀ ਆਪਣੇ ਬਚਪਨ ਵਿੱਚ ਹੁੰਦੇ ਸੀ ਅਤੇ ਸਾਡੇ ਮਾਂ ਪਿਓ ਨੂੰ ਤਾਂ ਬਿਲਕੁਲ ਪਤਾ ਹੀ ਨਹੀਂ ਕਿ ਗਾਣੇ ਸ਼ਾਣੇ ਕੀ ਹੁੰਦੇ ਨੇ, ਲੇਕਿਨ ਇਸ ਦੇ ਬਾਵਜੂਦ ਉਹ ਲੋਰੀ ਦਿੰਦੇ ਹਨ। ਤੁਸੀਂ ਕਿਸੇ ਮੌਲਵੀ ਦੇ ਘਰ ਚਲੇ ਜਾਓ, ਕਿਸੇ ਆਲਮ ਦੇ ਘਰ ਚਲੇ ਜਾਓਗੇ ਤੇ ਉਸ ਦੇ ਘਰ ਦੇ ਵਿੱਚ ਵੀ ਬੱਚੇ ਨੂੰ ਲੋਰੀ ਦੇਣ ਵਾਲਾ ਰਸਮ ਰਿਵਾਜ ਪਾਈ ਜਾਂਦੀ ਹੈ। ਯਾਨੀ ਕਿ ਹਾਲਾਂਕਿ ਕੋਈ ਗਾਣਾ ਗਾਣਾ ਤਾਂ ਕੋਈ ਅੱਛੀ ਗੱਲ ਨਹੀਂ ਹੈ, ਸਾਨੂੰ ਇਸਲਾਮ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਤੇ ਸਾਡੇ ਮੁਆਸ਼ਰੇ ਦੇ ਵਿੱਚ ਕਈ ਸਾਰੇ ਲੋਕ ਉਸ ਨੂੰ ਅੱਛਾ ਸਮਝਦੇ ਵੀ ਨਹੀਂ, ਲੇਕਿਨ ਇਸ ਦੇ ਬਾਵਜੂਦ ਲੋਰੀ ਦੀ ਇਤਨੀ ਸਰਾਇਤ ਕੀਤੀ ਸਾਡੇ ਮੁਆਸ਼ਰੇ ਦੇ ਵਿੱਚ ਕਿ ਜਿਤਨਾ ਵੀ ਕੋਈ ਸਟਾਂਚ ਇਸਲਾਮ ਦੇ ਉੱਤੇ ਅਮਲ ਕਰਨ ਵਾਲਾ ਹੈ, ਇਸ ਦੇ ਬਾਵਜੂਦ ਵੀ ਲੋਰੀ ਉਸ ਦੇ ਘਰ ਦੇ ਵਿੱਚ ਦਿੱਤੀ ਜਾਂਦੀ ਹੈ ਬੱਚੇ ਨੂੰ। ਔਰ ਜਿਸ ਟਾਈਮ ਉਹ ਮਾਂ ਲੋਰੀ ਦਿੰਦੀ ਹੈ ਬੱਚੇ ਨੂੰ ਤੇ ਉਹਦੇ ਵਿੱਚ ਕਈ ਸਾਰੀਆਂ ਗੱਲਾਂ ਹੁੰਦੀਆਂ ਨੇ, ਕਈ ਉਸਨੇ ਆਪਣੀ ਮਾਂ ਕੋਲੋਂ ਸੁਣੀਆਂ ਹੁੰਦੀਆਂ ਨੇ, ਯਾਨੀ ਨਸਲ ਦਰ ਨਸਲ ਲੋਰੀ ਟੁਰੀ ਆਉਂਦੀ ਹੈ। ਕਈ ਹੁੰਦੀਆਂ ਨੇ ਉਸ ਇਲਾਕੇ ਦੀਆਂ ਮੁਸ਼ਕਿਲਾਂ, ਕਈ ਹੁੰਦੀਆਂ ਨੇ ਉਸ ਦੇ ਆਪਣੀ ਦੁੱਖ ਦੀ ਕਹਾਣੀ, ਕਈ ਉਸ ਦੀਆਂ ਆਪਣੀਆਂ ਮਜਬੂਰੀਆਂ ਹੁੰਦੀਆਂ ਨੇ, ਕਈ ਉਹਦੇ ਵਿੱਚ ਆਪਣੇ ਬੱਚੇ ਵਾਸਤੇ ਆਸ, ਉਹਦੇ ਵਾਸਤੇ ਪਿਆਰ, ਉਹਦੇ ਵਾਸਤੇ ਦੁਆ, ਉਸ ਦੇ ਵਾਸਤੇ ਫਿਊਚਰ ਵਾਸਤੇ ਕੀ ਕੁਝ ਉਹ ਸੋਚ ਰਹੇ ਹੁੰਦੇ ਨੇ, ਉਹ ਸਾਰੀ ਕੁਝ ਉਹਦੇ ਵਿੱਚ ਮੌਜੂਦ ਹੁੰਦੀ ਹੈ ਉਸ ਲੋਰੀ ਦੇ ਵਿੱਚ। ਤੇ ਲੋਰੀ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਮੁਆਸ਼ਰੇ ਦੇ ਵਿੱਚ ਹਰ ਘਰ ਦੇ ਵਿੱਚ ਪਾਇਆ ਜਾਣ ਵਾਲਾ ਲੋਕ ਗੀਤ ਹੈ। ਅੱਛਾ, ਲੋਕ ਗੀਤ ਨੂੰ ਫਿਰ ਅਸੀਂ ਜਿਹੜਾ ਲੋਰੀ ਸਪੈਸੀਫਿਕ ਅੱਜ ਅਸੀਂ ਇਸ 'ਤੇ ਗੱਲ ਕਰਾਂਗੇ ਤੇ ਇਹਦੇ ਵਿੱਚ ਲੋਰੀ ਦਾ ਵਜੂਦ ਕੀ ਹੈ, ਕਿਸ ਤਰੀਕੇ ਨਾਲ ਵਜੂਦ ਵਿੱਚ ਆਈ, ਲੋਰੀ ਦੀ ਸੰਬੰਧ ਕੀ ਹੈ, ਇਸ ਦਾ ਬਣਾਵਟ ਕੀ ਹੈ, ਲੋਰੀ ਹੈ ਕੀ, ਇਸ ਦਾ ਮਕਸਦ ਕੀ ਲਿਆ ਜਾਂਦਾ, ਲੋਰੀ ਦੀ ਕਹਾਣੀ ਕਿਸ ਤਰ੍ਹਾਂ ਅਸੀਂ ਸਮਰੀ ਬਣਾ ਸਕਦੇ ਹਾਂ, ਫਿਰ ਪੰਜਾਬੀ ਜ਼ੁਬਾਨ ਦੀ ਜਿਹੜੀ ਲੋਰੀ ਦੀ ਕਹਾਣੀ ਹੈ ਇਹ ਕਿਸ ਤਰ੍ਹਾਂ ਚੱਲੀ, ਫਿਰ ਲੋਰੀ ਦੀਆਂ ਵੰਨ ਸਵੰਨੀਆਂ ਜਿਹੜੀਆਂ ਤਸਵੀਰਾਂ ਨੇ ਜਾਂ ਉਹਨਾਂ ਦੇ ਵਿੱਚ ਕੀ ਕੀ ਚੀਜ਼ ਪਾਇਆ ਜਾਂਦਾ ਹੈ। ਯਾਨੀ ਕਿ ਇੱਕ ਲੋਰੀ ਹੈ ਉਹਦੇ ਵਿੱਚ ਅੱਲਾ ਤੇ ਅੱਲਾ ਦੇ ਨਬੀ ਨੂੰ ਯਾਦ ਕੀਤਾ ਜਾਂਦਾ ਹੈ, ਦੂਸਰੀ ਲੋਰੀ ਦੇ ਵਿੱਚ ਉਸ ਬੱਚੇ ਨੂੰ ਤਾਰੀਫਾਂ ਕੀਤੀਆਂ ਜਾਂਦੀਆਂ ਨੇ, ਪਿਆਰ ਕੀਤਾ ਜਾਂਦਾ ਹੈ, ਤੀਸਰੇ ਦੇ ਵਿੱਚ ਉਸ ਦੀ ਜਵਾਨ ਹੋਣ ਤੇ ਉਸ ਦੇ ਉੱਤੇ ਮਾਂ ਪਿਓ ਨੇ ਜਿਹੜੀਆਂ ਉਮੀਦਾਂ ਰੱਖੀਆਂ ਹੁੰਦੀਆਂ ਨੇ ਉਸ ਦਾ ਵਜੂਦ ਪਾਇਆ ਜਾਂਦਾ ਹੈ। ਯਾਨੀ ਕਿ ਲੋਰੀ ਦੇ ਵਿੱਚ ਇੱਕ ਮਾਨੀ ਦੇ ਲਾਤ ਨਾਲ ਮੁਖਤਲਿਫ ਚੀਜ਼ਾਂ ਪਾਈਆਂ ਜਾਂਦੀਆਂ ਨੇ ਤੇ ਇਹ ਅਸੀਂ ਗੱਲ ਕਰਨ ਲੱਗੇ ਤੇ ਉਸ ਤੋਂ ਬਾਅਦ ਇਸ ਨੂੰ ਅਸੀਂ ਸਮਰੀ ਕਰਨ ਲੱਗੇ। ਤੇ ਹੁਣ ਚੱਲਦੇ ਹਾਂ ਜ਼ਰਾ, ਜਿਸ ਟਾਈਮ ਤੁਸੀਂ ਲੋਰੀ ਨੂੰ ਥੋੜ੍ਹਾ ਜਿਹਾ ਸਮਝ ਲਿਆ ਤੇ ਹੁਣ ਅਸੀਂ ਇਸ ਨੂੰ ਆਪਣੇ ਮਜ਼ਮੂਨ ਨੂੰ ਜਿਸ ਟਾਈਮ ਪੜ੍ਹਦੇ ਜਾਵਾਂਗੇ ਤੇ ਇਨਸ਼ਾਅੱਲਾ ਤੁਹਾਨੂੰ ਸਿਰਫ ਜ਼ਬਾਨ ਦੇ ਜਿਹੜੇ ਮੁਸ਼ਕਿਲ ਅਲਫਾਜ਼ ਆਸਣ ਲੱਗੇ ਉਹ ਸਮਝਾਉਂਦੇ ਜਾਣ ਲੱਗੇ ਤੇ ਤੁਹਾਨੂੰ ਆਪੇ ਪਤਾ ਚੱਲੇਗਾ ਕਿ ਲੋਰੀ ਕਿਤਨੀ ਮਜ਼ੇ ਦੀ ਹੈ। ਬਾਅਦ ਕਾ ਤੁਹਾਡੇ ਖੁਦ ਵੀ ਦਿਲ ਭਰ ਆਏਗਾ। ਤੁਸੀਂ ਆਪਣੇ ਬੱਚਿਆਂ ਨੂੰ ਜਿਸ ਟਾਈਮ ਕਦੀ ਸੁਣਿਆ ਹੋਏਗਾ ਆਪਣੇ ਵਾਲਦੈਨ ਨੂੰ ਬੱਚਿਆਂ ਨੂੰ ਲੋਰੀ ਦੇਣਾ ਤਾਂ ਤੁਹਾਨੂੰ ਉਹ ਵਕਤ ਯਾਦ ਆ ਜਾਸੀ ਲਗਾ। ਬੜੀ ਪਿਆਰੀ ਔਰ ਮਿੱਠੀ ਤਰੀਕੇ ਨਾਲ ਇਸ ਨੂੰ ਲਿਖਿਆ ਗਿਆ। ਮਮਤਾ ਦਾ ਨੂਰੀ ਜਜ਼ਬਾ ਮਾਂ ਦੀ ਦੁਆ, ਯਾਨੀ ਕਿ ਇੱਕ ਮਾਂ ਭਲੇ ਉਹ ਜਾਨਵਰ ਹੈ, ਭਲੇ ਕੋਈ ਇਨਸਾਨ ਹੈ, ਭਲੇ ਕਿਸੇ ਰੂਪ ਵਿੱਚ ਵੀ ਮਾਂ ਹੈ ਤੇ ਉਹ ਅੱਲਾਹ ਤਾਲਾ ਦੀ ਤਰਫੋਂ ਮਾਂ ਦੇ ਦਿਲ ਦੇ ਵਿੱਚ ਪਿਆਰ ਜਿਹੜਾ ਹੁੰਦਾ ਉਹ ਬੱਚੇ ਵਾਸਤੇ ਹੁੰਦਾ ਹੈ ਤੇ ਉਹ ਜਿਹੜਾ ਉਸ ਪਿਆਰ ਦਾ ਇਜ਼ਹਾਰ ਕਰਦੀ ਉਸ ਨੂੰ ਹੀ ਲੋਰੀ ਕਹਿੰਦੇ ਨੇ। ਇੱਕ ਕਿਸਮ ਦੀ ਇਹ ਮਾਂ ਦੀ ਦੁਆ ਵੀ ਹੁੰਦੀ ਹੈ। ਹਰ ਤਖਲੀਕੀ ਕਰਬ ਪਿੱਛੇ ਮਮਤਾ ਦਾ ਨੂਰ ਤੇ ਜਜ਼ਬਾ ਸ਼ਾਮਿਲ ਹੁੰਦਾ ਹੈ। ਇਹ ਇਨਸਾਨੀ ਹਯਾਤੀ ਦੀ ਗੱਲ ਨਹੀਂ, ਜਾਨਵਰਾਂ, ਪਸ਼ੂਆਂ ਤੇ ਜੰਗਲੀ ਦਰਿੰਦਿਆਂ ਤੋਂ ਅਡੰਕੀ ਜਿਹੀ ਮਖਲੂਕ ਕੀੜਿਆਂ ਵਿੱਚ ਵੀ ਆਪਣੀ ਔਲਾਦ ਨਾਲ ਪਿਆਰ ਦੀ ਸ਼ਿੱਦਤ ਹੋਏਗੀ। ਕੋਈ ਵਿਗੜਿਆ ਜਾਤਕ ਚਿੜੀਆਂ ਦੇ ਆਲਣੇ ਵੱਲ ਵਧੇ ਤਾਂ ਉਹਨਾਂ ਦਾ ਚੀਕ ਚਿਕਾੜ ਉਸ ਜਾਤਕ ਨੂੰ ਵਕਤੀ ਤੌਰ 'ਤੇ ਘਬਰਾ ਲੈਣ ਦਿੰਦੇ ਨੇ ਕਾਫੀ। ਐਵੇਂ ਹੀ ਮੱਝਾਂ ਗਾਈ ਨਾਲ ਵੇਖੋ ਕਿ ਵੱਛਾ ਜੰਮਣ ਮਗਰੋਂ ਉਹਨੂੰ ਚੱਟ ਕੇ ਆਪਣੀ ਮੁਹੱਬਤ ਦਾ ਇਜ਼ਹਾਰ ਕਰਦੀ ਹੈ। ਇਹ ਸੂਰਤ ਰਿਛਨੀ ਬਾਰੇ ਹੈ। ਫਿਤਰਤਨ ਇਹ ਪਿਆਰ ਅੱਲਾਹ ਪਾਕ ਵੱਲੋਂ ਮਾਂ ਦੀ ਵੰਡ ਵਿੱਚ ਆਇਆ ਹੈ। ਯਾਨੀ ਕਿ ਕਿਸੇ ਦੀ ਇਹ ਆਪਣੀ ਇੱਕ ਸਪੈਸੀਫਿਕ ਨਹੀਂ, ਮਾਂ ਦੇ ਨਾਲ ਕੋਈ ਵੀ ਕਿਸੇ ਰੂਪ ਵਿੱਚ ਮਾਂ ਹੈ ਤੇ ਉਸ ਦੇ ਵਿੱਚ ਇਸ ਚੀਜ਼ ਦਾ ਵਜੂਦ ਹੈ।
लेकिन इजहार करने का तरीका मुख्तलिफ है। पहले नंबर पर लोरी का वजूद की गल करिए तो ममता, ममता का मतलब माँ ਦਾ जज्बा दुनिया की हर कौम, हर मुल्क ਤੇ हर जुबान बोलन वाली माँ ਦਾ ਸਾਂਝਾ ਤੇ आलमगीर है। तो लोरी का वजूद दुनिया की हर जुबान की लोक शायरी ਵਿੱਚ ਸਾਂਝਾ है। तो लोक सनफों ਵਿੱਚੋਂ सब तो कदीम है। जिस तरह ਅਸੀਂ पहले गल की कि जी लोरी है ये हर घर ਦੇ ਵਿੱਚ वजूद है। तो सारिਆਂ ਤੋਂ ਪਹਿਲੇ जिस टाइम बच्चा पैदा होया तो उसनों सुनाई जाता है तो उनकी फितरत ਦੇ ਵਿੱਚ सरायत कर जाती है। बकौल अफजल परवेज़ अच्छे राइटर हैं, वो ਕੀ ਆਖਦੇ ਨੇ कि लोक गीत हज़रत इंसान ਨੂੰ ਗੁੜਤੀ ਵਿੱਚ ਮਿਲੇ ਹੋਏ ਨੇ कि जिस टाइम वो पैदा ही होता है गुड़ती का मतलब तो उसनों सारिਆਂ ਤੋਂ ਪਹਿਲਾਂ लुकमा मूँह ਦੇ ਵਿੱਚ ਜਿਹੜੀ चीज़ ਪਾਉਂਦੇ ਨੇ ਉਹਨੂੰ ਕੀ ਕਹਿੰਦੇ ਨੇ ਗੁੜਤੀ ਕਹਿੰਦੇ ਨੇ। ਤੇ ਜਿਸ ਤਰੀਕੇ ਨਾਲ ਬੱਚਾ ਪੈਦਾ ਹੁੰਦਾ ਤੇ ਉਹਦੇ ਮੂੰਹ 'ਚ ਗੁੜਤੀ ਪਾਈ ਜਾਂਦੀ ਤੇ ਲੋਕ ਗੀਤਾਂ ਦੇ ਵਿੱਚ ਸਾਰਾ ਤੋਂ ਪਹਿਲਾਂ ਜਿਹੜਾ ਸੁਣਾਇਆ ਜਾਂਦਾ ਹੈ ਉਹ ਲੋਰੀ ਹੁੰਦਾ ਹੈ। ਦੂਸਰੇ ਨੰਬਰ ਤੇ ਲੋਰੀ ਦੀ ਸੰਬੰਧ ਜਾਂ बनावट ਜਾਂ ਇਸ ਦੇ ਸਟਰਕਚਰ ਦੀ ਗੱਲ ਕਰੀਏ ਤੇ ਇਹਦਾ ਸੰਬੰਧ ਮੁੱਢ ਕਦੀਮ ਤੋਂ ਹੀ ਹੈ, ਯਾਨੀ ਕਿ ਬੜਾ ਪੁਰਾਣਾ ਚੱਲਦਾ ਆ ਰਿਹਾ ਹੈ। ਇਹ ਉਸ ਸਮੇਂ ਵਿੱਚ ਵਜੂਦ ਆ ਗਈ ਸੀ ਜਦੋਂ ਦੁਨੀਆ ਦੀ ਪਹਿਲੀ ਮਾਂ ਨੇ ਤਖਲੀਕੀ ਕੁਰਬ ਤੋਂ ਬਾਅਦ ਆਪਣੀ ਅੱਖੀਆਂ ਦੇ ਨੂਰ, ਦਿਲ ਦੇ ਸਰੂਰ, रूह ਦੇ ਚੈਨ ਤੇ ਵਜੂਦ ਦੇ ਕਰਾਰ ਨੂੰ ਹੱਕ ਤੇ ਸਿੱਖ ਨਾਲ ਸੀਨੇ ਨਾਲ ਲਾ ਕੇ ਮਮਤਾ ਦੇ ਜਜ਼ਬੇ ਦੇ ਫਲ ਉਹਦੇ ਕੰਨਾਂ ਰਾਹੀਂ ਦਿਲ ਦੇ ਮਸਾਮਾਂ ਅੰਦਰ ਪਹੁੰਚਾਏ ਸਨ। ਯਾਨੀ ਕਿ ਜਿਹੜੀ ਉਹਦੇ ਹਿੱਕ ਤੇ ਸੱਕ ਦਾ ਮਤਲਬ ਹੈ ਕਿ ਉਸ ਦੀ ਚਾਹਤ, ਉਸ ਦੀ ਜਿਹੜੀ ਇੱਕ ਮਤਲਬ ਕਿ ਖਾਹਿਸ਼ ਹੈ, ਉਸ ਨੂੰ ਪਿਆਰ ਜਿਹੜਾ ਹੈ, ਉਸ ਦੀ ਤਲਬ ਜਿਹੜੀ ਹੈ, ਇਸ ਨੂੰ ਆਖਦੇ ਨੇ ਹਿੱਕ ਤੇ ਸਿੱਖ। अच्छा बकौल बलजाक, ये भी एक अंग्रेज राइटर दे उन्होंने उर्दू के तर्जमा किया गया ने दुनिया का सब तो मिठा गीत वो लोरी है जिहड़ी असीं जम्मण तो फौरन बाद तो माँ के मूँह सुनना शुरू कर देने आ। बकौल अफजल परवेज़ की आखते हैं कि लोक गीत पालने से कबर तक, इन्हें उर्दू की थोड़ी तारीफ की है तो तुसीं ज़रा उस हिसाब नाल, लोक गीत पालने से कबर तक इंसान का साथ देते हैं, यानी कि बचपन से लेके कबर तक। पैदाइश के वक्त से ही बच्चा सुर से आशना होने लगता है और नगमों से लुत्फ़ अंदोज़ होने का ज़ौक़ गोया उसे गुट्ठी में मिलता है। इसी दिन नानी अम्मा या घर के किसी फ़र्द की सुरीली लोरियाँ उसे ज़ौक़ नगमा अदा करना शुरू कर देती हैं। लोरी है कि इस तो मकसद की लिया जाता है दुनिया भर के गीतों विचों मुकद्दस मिठा मधर ते हारमोन गीत लोरी माँ ते बहन का गीत है। इनके विच कुछ लफज इस्तेमाल किए गए हैं। दुनिया भर के गीतों विचों मुकद्दस मिठा, मिठा मतलब स्वीट, मधर ते यानी कि भरवां जिस दे उत्ते हर एक का यकीन होंदा, हारमोन यानी कि हर बंदा इन्हूं पसंद करता है। गीत लोरी माँ ते बहन, माँ ते बहन, बहन का तो मतलब सिस्टर। बकौल अख्तर शुमार की आखदे ने बच्चे की माँ, बहन या नानी दादी गोद विच लैके निके बाल नूं सवाण ते परचाण लई जिहड़ी हत्थां नाल थापड़ी मार के गीत गाउंदी है लोरी कहलाती है। यानी बच्चे को जिस टाइम थपकी दे के, अक्सर तुसीं देखा होगा साड़ियां मावां ने थपकियां देंदियां ने बच्चे को तो उसनों एक नाल कुछ लय सुनांदियां ने, आवाज़ सुनांदियां ने। बकौल रविंद्र नाथ टैगोर की आखदे ने कि लोरी कन्नां दे नाल नाल रूह विच उतरन वाली शै है। इस तो बाद बकौल कदर आफाकी उन्हां दा की आखदे ने कि लोरी का ताल्लुक लोर नाल, यानी कि इसका अगर तुसीं बैकग्राउंड वेखो किस लफज तो निकलिया, लोर नाल निकलिया, जिहदे विच माँ बच्चे दे हाल की खुशी ते इत्मीनान मुहैया करन ते बेहतर मुस्तकबिल की सदर विच मगन हो के गीत की शक्ल विच अमन चैन का रस्ता दिखलांदी है। तो ये लोर बने बोल लोरी का नां पांदे ने। ये अदब फार तो एक ली गई तारीफ है। मशहूर अंग्रेजी कहावत भी एक है कि पंगूड़ा हलावन वाला हथ दुनिया ते हुकूमत करता है। यानी कि जी माँ एक टाइम लोरी दे रही होंगी है, दूसरे टाइम उसका जोड़ा वही बच्चा होंदा है वो किसी शक्ल दुनिया को लैके चल रहा होंदा, यानी वही हुकूमत उसका ही उसके बैक च होंदा है। जितनी अच्छी उसने माँ ने प्यार दिता उतना ही उसकी अच्छी परवरिश हुई होंगी। अच्छा जी, लोरी की असी कहानी की गल करिए तो बकौल नोबल इनाम याफ्ता रविंद्र नाथ टैगोर की आखते हैं कि किसी दौर की रोशनी में खिल उठती हैं ये लोरियों की चित्रकारियाँ, ये सब नन्हे मुन्ने जज्बात की कलियाँ, किसकी ज़ुबान से पहले पहल इनके सर बुलंद हुए थे और किस नींद के माथे नन्हे के कानों और रूह में गूंज उठे थे ये सुर, ये पता चलाने के का हमारे पास कोई ज़रिया नहीं। मतलब कहाँ से ये शुरू हुए, कहाँ तक पहुँचे, वो कहता है कि नहीं इसका पता। तो असी
ਫਿਰ ਵੀ ਇਸ ਦੀ ਥੋੜ੍ਹੀ ਜਿਹੀ ਤਾਰੀਖ ਦੇ ਹਿਸਾਬ ਨਾਲ ਕਿਸ ਤਰ੍ਹਾਂ ਗੱਲ ਕਰ ਸਕਦੇ ਹਾਂ, ਮੁਖਤਲਿਫ ਲਿਖਾਰੀਆਂ ਨੇ ਇਸ ਦੇ ਬਾਰੇ ਗੱਲ ਕੀਤੀ ਹੈ। ਅਸਲ ਵਿੱਚ ਕਦੀਮ ਤੇ ਜਦੀਦ ਜ਼ਮਾਨੇ ਵਿੱਚ ਵੀ ਲੋਰੀ ਦੀ ਜ਼ਰੂਰਤ ਹਰ ਉਸ ਮਾਂ ਨੂੰ ਰਹੀ ਹੈ ਜਿਹੜੀ ਆਪਣੇ ਬਾਲ ਨੂੰ ਸੁਲਾਣਾ ਬਹਿਲਾਣਾ ਪਰਚਾਉਣਾ ਚਾਹੁੰਦੀ ਹੈ, ਨਾ ਕਿ ਉਹਨਾਂ ਅਮੀਰ ਜ਼ਨਾਨੀਆਂ ਲਈ ਜਿਨ੍ਹਾਂ ਨੇ ਬਾਲਾਂ ਦੀ ਤਰਬੀਅਤ ਲਈ ਨੌਕਰਾਨੀਆਂ, ਨੌਕਰ, ਗਵਰਨੈਂਸ ਤੇ ਆਇਆ ਵਗੈਰਾ ਰੱਖ ਲਈਆਂ ਹੁੰਦੀਆਂ ਨੇ। ਮਤਲਬ ਕਿ ਮਾਂ ਆਪਣੀ ਹੀ ਲੋਰੀ ਦਿੰਦੀ ਹੈ, ਬਾਕੀ ਜਿਹੜੀ ਆਇਆ ਹੁੰਦੀਆਂ ਨੇ ਜਾਂ ਕੋਈ ਸਰਵੈਂਟ ਰੱਖੀਆਂ ਹੁੰਦੀਆਂ ਨੇ ਉਹ ਕੋਈ ਇਤਨਾ ਪਿਆਰ ਨਹੀਂ, ਉਹ ਆਪਣੀ ਨੌਕਰੀ ਸਮਝ ਕੇ ਚਲੀਆਂ ਜਾਂਦੀਆਂ ਨੇ। ਬੱਚਾ ਹੋਵੇ, ਬੱਚੀ ਨੂੰ ਤਾਂ ਵੈਸੇ ਸਾਡੇ ਮੁਆਸ਼ਰੇ ਦੇ ਵਿੱਚ ਕੋਈ ਲੋਰੀ ਦਾ ਰਿਵਾਜ ਨਹੀਂ ਹੈ, ਅੱਗੇ ਚੱਲ ਕੇ ਗੱਲ ਕਰਾਂਗੇ ਵੀ, ਲੇਕਿਨ ਬੱਚੇ ਨੂੰ ਜਿੰਨੀਆਂ ਵੀ ਲੋਰੀਆਂ ਹੁੰਦੀਆਂ ਉਹਦੀ ਮਾਂ ਦੇ ਤਰਫੋਂ ਹੀ ਉਸ ਨੂੰ ਮਿਲਦੀਆਂ ਨੇ। ਲੋਰੀਆਂ ਅਸਲ ਵਿੱਚ ਉਹਨਾਂ ਮਾਵਾਂ ਦੀ ਇਜਾਦ ਨੇ ਜਿਨ੍ਹਾਂ ਨੂੰ ਹਯਾਤੀ ਦੇ ਕਾਰੋਬਾਰ ਦੇ ਸਿਲਸਿਲੇ ਵਿੱਚ ਚਲਾਣੇ ਹੁੰਦੇ ਨੇ ਤੇ ਨਿੱਕੇ ਨਿੱਕੇ ਬਾਲਾਂ ਦੇ ਬੋਲਣ ਦੀ ਥਾਂ 'ਤੇ ਸਿਰਫ ਹੁਣ ਮੁਖਤਲਿਫ ਆਵਾਜ਼ਾਂ, ਤੁਸੀਂ ਅਗਰ ਬੱਚੇ ਨੂੰ ਵੇਖੋ ਤਾਂ ਉਸਦੀ ਜਿਹੜੇ ਬੱਚੇ ਨੂੰ ਸੁਲਾ ਰਹੇ ਹੁੰਦੇ ਨੇ ਉਹ ਆਂਤ ਆਹਾ, ਅਤੇ ਜਿਸ ਟਾਈਮ ਉਹ ਰੋਣ ਲੱਗਦਾ ਤਾਂ ਉੱਥੇ ਤੁਸੀਂ ਅਕਸਰ ਵੇਖਿਆ ਹੋਏਗਾ ਕਿ ਮਾਵਾਂ ਉਹਨੂੰ ਛੀ ਜਾਂ ਕੁਛ ਇਸ ਤਰੀਕੇ ਨਾਲ ਆਵਾਜ਼ਾਂ ਦੇ ਕੇ ਅਤੇ ਉਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਨੇ। ਅਤੇ ਵਰਗੀਆਂ ਆਵਾਜ਼ਾਂ ਨਾਲ ਰੋਂਦੇ ਬਾਲਾਂ ਨੂੰ ਚੁੱਪ ਵੀ ਕਰਾਉਣੀ ਪੈਂਦੀ ਹੈ। ਅਤੇ ਇੰਝ ਹੀ ਮਿਹਨਤ ਕਸ਼ ਸਵਾਣੀਆਂ ਕੱਪੜੇ ਦੇ ਝੂਲੇ ਵਿੱਚ ਹਲਾਂਦੀਆਂ ਹੋਈਆਂ ਕੰਮਕਾਜ, ਵਾਈ, ਬੀਜ, ਫਸਲ ਦੀ ਚੁਗਾਈ ਅਤੇ ਮਾਲ ਡੰਗਰ ਦੀ ਸਾਂਭ ਵਗੈਰਾ ਵੀ ਵਿੱਚ ਮਸਰੂਫ ਰਹਿੰਦੀਆਂ ਨੇ। ਅਤੇ ਨਾਲ ਜਿਸ ਟਾਈਮ ਬੱਚਾ ਫਿਰ ਰੋਂਦਾ ਹੈ ਉਸ ਨੂੰ ਚੁੱਪ ਕਰਾਉਣ ਵਾਸਤੇ ਮੁਖਤਲਿਫ ਜਿਹੜੀਆਂ ਆਵਾਜ਼ਾਂ ਨਿਕਾਲੀਆਂ ਜਾਂਦੀਆਂ ਨੇ ਉਸ ਨੂੰ ਵੀ ਲੋਰੀ ਦਾ ਹੀ ਨਾਂ ਦਿੱਤਾ ਗਿਆ। ਹਕੀਕਤ ਵਿੱਚ ਲੋਰੀ ਦੀ ਕਹਾਣੀ ਮੁਲਕਾਂ, ਕੌਮਾਂ, ਕਬੀਲਿਆਂ, ਜ਼ੁਬਾਨਾਂ ਅਤੇ ਇਲਾਕਿਆਂ ਦੀ ਤਕਸੀਮ ਤੋਂ ਟੱਪ ਕੇ ਯੂਨੀਵਰਸਲ, ਆਫਾਕੀ ਅਤੇ ਆਲਮਗੀਰ ਰੂਪ ਵਟਾ ਲੈਂਦੀ ਹੈ। ਯਾਨੀ ਕਿ ਕਿਸੇ ਇੱਕ ਖਾਸ ਇਲਾਕੇ ਨਾਲ ਨਹੀਂ ਬਲਕਿ ਪੂਰੀ ਦੁਨੀਆ 'ਤੇ ਜਿਹੜੀ ਵੀ ਮਾਂ ਹੋਏਗੀ ਆਪਣੀ ਜ਼ੁਬਾਨ ਦੇ ਵਿੱਚ ਉਹ ਲੋਰੀ ਦਿੰਦੀ ਹੋਏਗੀ। ਇਸ ਤੋਂ ਬਾਅਦ ਪੰਜਾਬ ਦੀ ਲੋਰੀ ਦੀ ਕਹਾਣੀ ਕੀ ਹੈ। ਪੰਜਾਬ ਮੁੱਢ ਕਦੀਮ ਤੋਂ ਹੀ ਜ਼ਰਈ ਮੁਆਸ਼ਰਾ ਵਾਲਾ ਇਲਾਕਾ ਰਿਹਾ ਹੈ ਅਤੇ ਇਹਦੀ ਬਹੁਤੀ ਆਬਾਦੀ ਪਿੰਡ ਦੀ ਵਸਨੀਕ ਰਹੀ ਹੈ। ਇਸ ਵਾਸਤੇ ਇਹਦੀਆਂ ਲੋਰੀਆਂ ਵਿੱਚ ਮੁਆਸ਼ੀ ਅਤੇ ਸਮਾਜੀ ਰਵੱਈਏ ਅਤੇ ਡੰਗਰਾਂ, ਡੋਰਾਂ, ਜਾਨਵਰਾਂ, ਖੇਤਾਂ, ਫਸਲਾਂ ਅਤੇ ਅਨਾਜ ਦਾ ਜ਼ਿਕਰ ਵੀ ਮੌਜੂਦ ਹੁੰਦਾ ਹੈ। ਇਸ ਦੀ ਗਵਾਹੀ ਸ਼ਰੀਫ ਕੁੰਜਾਈ ਬੜੇ ਇੱਕ ਅੱਛੇ ਰਾਈਟਰ ਹਨ, ਅੱਗੇ ਚੱਲ ਕੇ ਇਹਨਾਂ ਦੀ ਅਸੀਂ ਰਾਈਟਿੰਗਸ ਉਹਨਾਂ 'ਤੇ ਵੀ ਗੱਲ ਕਰਾਂਗੇ ਅਤੇ ਪੜ੍ਹਾਂਗੇ ਵੀ। ਅਤੇ ਜਾਤੀਆਂ ਵਿੱਚ ਉਹਨਾਂ ਦੇ ਜਾਤੀਆਂ ਜਿਹੜਾ ਬੜਾ ਇੱਕ ਸ਼ਾਹਕਾਰ ਹੈ ਜਿਹੜਾ ਉਹਨਾਂ ਲਿਖਿਆ, ਉਹਦੇ ਵਿੱਚ ਕਿਸ ਤਰ੍ਹਾਂ ਜ਼ਿਕਰ ਕਰਦੇ ਨੇ। ਪੰਜਾਬੀ ਦੀਆਂ ਲੋਰੀਆਂ ਪੜ੍ਹਿਆ ਸੁਣਿਆ ਦੋ ਗੱਲਾਂ ਵੱਲ ਜ਼ਰੂਰ ਖਿਆਲ ਜਾਂਦਾ ਹੈ, ਪਹਿਲਾ ਅਨਾਜ ਬਾਰੇ ਅਤੇ ਦੂਜਾ ਮਾਲ ਡੰਗਰ ਵੱਲ। ਯਾਨੀ ਕਿ ਦੋ ਚੀਜ਼ਾਂ ਉਹਨਾਂ ਦੇ ਵਿੱਚ ਮੌਜੂਦ ਹੁੰਦੀਆਂ ਨੇ। ਜਿਹੜੇ ਹਰ ਘਰ ਦੇ ਵਿੱਚ ਅਨਾਜ ਦੀ ਜ਼ਰੂਰਤ ਹੁੰਦੀ ਅਤੇ ਅਨਾਜ ਵਾਸਤੇ ਜਿਸ ਟਾਈਮ ਉਹ ਮਿਹਨਤ ਕਰਦੇ ਨੇ ਅਤੇ ਉਸ ਦੀ ਮਜਬੂਰੀ ਦੇ ਪਾਰੋਂ ਉਹ ਮਾਂ ਜਿਸ ਟਾਈਮ ਬੱਚੇ ਨਾਲ ਗੱਲਾਂ ਕਰਦੀ ਹੈ ਅਤੇ ਉਹਦੇ ਵਿੱਚ ਵੀ ਉਹ ਲੋਰੀ ਦੇ ਜ਼ਿਕਰ ਤੁਹਾਨੂੰ ਮਿਲੇਗਾ। ਅਤੇ ਜਾਂ ਜਾਨਵਰਾਂ ਦੀ ਦੇਖਭਾਲ ਕਰਦੇ ਨੇ ਅਤੇ ਡੰਗਰਾਂ ਮਾਲ ਦਾ ਵੀ ਤੁਹਾਨੂੰ ਉਸ ਦੇ ਵਿੱਚ ਜ਼ਿਕਰ ਮਿਲੇਗਾ। ਦੀਆਂ ਪਰਾਇਆ ਧਨ ਅਤੇ ਮਾਪਿਆਂ ਦੀਆਂ ਸਦਰਾਂ ਦੇ ਖੂਹ ਦੀ ਕਾਂਜਣ ਨਹੀਂ ਬਣ ਸਕਦੀਆਂ, ਇਸ ਲਈ ਲੋਰੀਆਂ ਇਹਨਾਂ ਬਾਰੇ ਚੁੱਪ ਨੇ ਅਤੇ ਮੁੰਡਿਆਂ ਬਾਰੇ ਚੋਖੀਆਂ ਗੱਲਾਂ ਨੇ, ਕਿਉਂ ਜੇ ਉਹ ਵਕਤ ਦਾ ਮਾਣ ਅਤੇ ਕੋਕਤ ਦਾ ਸਹਾਰਾ ਹੁੰਦੇ ਨੇ। ਯਾਨੀ ਕਿ ਜਿਹੜੀ ਬੱਚੀਆਂ ਨੇ ਉਹ ਸ਼ਾਦੀ ਤੋਂ ਬਾਅਦ ਆਪਣੇ ਸਸੁਰਾਲ ਚਲੀ ਜਾਂਦੀਆਂ ਨੇ ਅਤੇ ਜਿਹੜੇ ਬੱਚੇ ਹੁੰਦੇ ਨੇ ਉਹੀ ਆਪਣੇ ਵਾਲਦੈਨ ਦਾ ਸਹਾਰਾ ਬਣਦੇ ਨੇ। ਅਤੇ ਇਸ ਵਜ੍ਹਾ ਤੋਂ ਹੀ ਉਹਨਾਂ ਦੀ ਉਮੀਦਾਂ ਵੀ ਵਾਲਦੈਨ ਦੀਆਂ ਬੱਚਿਆਂ ਨਾਲ ਹੁੰਦੀਆਂ ਨੇ। ਅਤੇ ਸਾਡੇ ਮਾਸ਼ਰੇ ਦੇ ਵਿੱਚ ਚੂੰਕਿ ਗਲਬਾ ਹੀ ਮਰਦ ਹਜ਼ਰਾਤ ਦਾ ਹੁੰਦਾ ਅਤੇ ਇਸ ਵਜ੍ਹਾ ਤੋਂ ਉਹਨਾਂ ਨੂੰ ਜ਼ਿਆਦਾ ਅਹਿਮੀਅਤ ਦੇ ਕੇ ਅਤੇ ਉਹਨਾਂ ਦੇ ਲਾਡ ਪਿਆਰ ਦਾ ਜ਼ਿਆਦਾ ਰੁਝਾਨ ਪਾਇਆ ਜਾਂਦਾ ਹੈ। ਮਕਸੂਦ ਨਾਸਿਰ ਚੌਧਰੀ ਕਹਿੰਦੇ ਨੇ ਕਿ ਪੰਜਾਬ ਦੇ ਲੋਕ ਗੀਤ ਵਿੱਚ ਲਿਖਦੇ ਨੇ, ਪੰਜਾਬ ਇੱਕ ਖੇਤੀਬਾੜੀ ਕਰਨ ਵਾਲਾ ਮੁਲਕ ਹੈ, ਇਸੇ ਵਾਸਤੇ ਦੁੱਧ ਅਤੇ ਅਨਾਜ ਦਾ ਜ਼ਿਕਰ ਇਹਦੀ ਲੋਰੀਆਂ ਦੀ ਖਸੂਸੀਅਤ ਹੈ। ਯਾਨੀ ਕਿ ਇਹਨਾਂ ਦੀ ਲੋਰੀਆਂ ਦੇ ਵਿੱਚ ਕਿਉਂਕਿ ਜ਼ਰਾਤ ਦੇ ਨਾਲ ਮੁੰਸਲਿਕ ਹੈ ਅਤੇ ਇੱਥੇ ਜਾਨਵਰਾਂ ਦਾ ਵੀ ਜ਼ਿਕਰ ਇਹਨਾਂ 'ਚ ਮੌਜੂਦ ਹੁੰਦਾ ਹੈ, ਖੇਤਾਂ ਦਾ ਵੀ ਅਤੇ ਦੁੱਧ ਦਾ ਜ਼ਿਕਰ ਵੀ ਮੌਜੂਦ ਹੁੰਦਾ ਹੈ। ਸਰਫਰਾਜ਼ ਹੁਸੈਨ ਕਾਜ਼ੀ ਆਖਦੇ ਨੇ ਕਿ ਪੰਜਾਬੀ ਲੋਕ ਗੀਤਾਂ ਦਾ ਫਨੀ ਜਾਇਜ਼ਾ ਵਿੱਚ ਪੰਜਾਬ ਦੇ ਜ਼ਰਈ ਮੁਆਸ਼ਰੇ ਦੀਆਂ ਕਦਰਾਂ ਦਾ ਜ਼ਿਕਰ ਕਰਦੇ ਨੇ। ਯਾਨੀ ਕਿ ਜ਼ਰਾਤ ਦੇ ਬਾਰੇ ਜਿਸਦੀਆਂ ਕਾਫੀ ਫਸਲਾਂ ਦਾ ਤੁਹਾਨੂੰ ਜ਼ਿਕਰ ਮਿਲੇਗਾ। ਜ਼ਰਈ ਮੁਲਕ ਵਿੱਚ ਅਨਾਜ ਅਤੇ ਪਾਲਤੂ ਜਾਨਵਰਾਂ ਦੀ ਬਹੁਤਾਤ ਹੁੰਦੀ ਹੈ ਅਤੇ ਇਹਨਾਂ ਦਾ ਜ਼ਿਕਰ ਮਾਂ ਜ਼ਰੂਰ ਕਰਦੀ ਹੈ। ਇਸ ਸਾਰੀ ਗੱਲਕੱਥ ਦਾ ਮਤਲਬ ਇਹ ਹੋਇਆ ਕਿ ਲੋਰੀ ਇੱਕ ਸੱਚਾ ਜਜ਼ਬਾ, ਮਾਂ ਦਾ ਦਰਸ, ਅਨਮੁੱਲੀ ਚਾਹਤ, ਫਿਤਰੀ ਮੁਹੱਬਤ ਦਾ ਇਜ਼ਹਾਰ, ਦੁਆ ਅਤੇ ਇਲਤਜਾ, ਇੱਕ ਸੱਦਰ, ਜ਼ਰੂਰਤ ਅਤੇ ਤਮੰਨਾ ਦਾ ਰੂਪ ਵੀ ਹੈ, ਜਿਹਦੇ ਵਿੱਚ ਮਾਂ ਬੱਚੇ ਨੂੰ ਹਯਾਤੀ ਗੁਜ਼ਾਰਨ ਦਾ ਢੰਗ ਸਿਖਾਉਂਦੀ ਹੈ। ਅਸੀਂ ਇਹਨਾਂ ਲੋਰੀਆਂ ਵਿੱਚ ਪੰਜਾਬ ਦੇ ਦਿਹਾਤੀ ਵਸੇਬ ਦੀਆਂ ਵੰਨ ਸਵੰਨੀਆਂ ਤਸਵੀਰਾਂ ਵੀ ਤੱਕ ਸਕਨੇ ਹਾਂ। ਯਾਨੀ ਕਿ ਇਹਨਾਂ ਗੀਤਾਂ ਦੇ ਵਿੱਚ ਵੀ ਸਾਨੂੰ ਇਸ
पंजाब के मुआशरे की या मुआशरत की या मुआशत की हर रंग जिहड़ा है सानूं मुख्तलिफ तरीक़े नाल अल्फाज विच नज़र आंदा है। छठे नंबर ते जिहड़ा साडा इसका हिस्सा है अपने टॉपिक का लोरी दियाँ वन सवनियाँ मतलब तुसीं कह सकते हो टाइप्स वैराइटीज़ तस्वीरां इस दियां किस तरह हैं। लोरियां जिहड़ियां जज्बियां एहसास मुशाहदे तजर्बे ते इखलाकी मजहबी समाजी सियासी ते मुआशी कदरां दे रवैये नाल भरपूर ने। कुछ नमूने वेखदे हां जिहड़े इस मलूक सनफ दियां हमागीर जेतां वल साडी रहनुमाई करदे ने। सारियां तो पहला जिहड़ा इन्हां विच रंग मौजूद पाया जाता है वह है मजहबी रंग। माँ प्यार मुहब्बत के नवेकले ते लतीफ़ जज्बे का नां है। जदों माँ दियां सदरां ते चाहवां दुआवां का रूप धार लैंदियां ने ते उहदे लब विच इंदियां बोलां ते नाल थिरकण लग पैंदे ने। ते अगर असी इस्लाम ते या मजहब की गल की जाए तो अल्लाह तू वाली तू दिता आई ते पाली तू। अगर इस तरह की लोरी या बोलिया जाता है माँ की तरफों तो उनके विच अल्लाह की तरफी रुझान का पाया जाता है, यानी कि मजहबी रंग नज़र आता कि ये ऐसे लोग हैं इस दे बोलण वाले वसनीक वाले कि जिहड़े अल्लाह नूं मनण वाले ने। कई ऐसे भी होंगे जिहड़े अल्लाह नहीं मनते तो अल्लाह का जिक्र होने का मतलब है कि मजहबी रंग इहदे विच मौजूद है। तो इस तरह सजरी सवेरे तौहीद ते रिसालत का दर्स इंज माँ भैन नानी ते दादी बच्चे नूं दिंदी है। दिन चढ़िया भागी भरिया साडा नबी मक्के विच वड़िया, इस वड़दे ने कलमा पढ़िया पढ़ो ला इलाहा इल्लल्लाह मुहम्मद पाक रसूल अल्लाह। अल्लाह ही अल्लाह करया करो, खाली दम ना भरिया करो, हरदम उस तू डरिया करो, विरद नबी दा करया करो, पढ़ो ला इलाहा इल्लल्लाह मुहम्मद पाक रसूल अल्लाह सल्लल्लाहु अलैहि वसल्लम। आज का सबक इत्थे खत्म करने